ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, SYL ਮਸਲੇ ਤੇ ਜਦੋਂ ਤੋਂ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਆਈ ਹੈ ਕਿ ਰਾਜਾਂ ਦੇ ਮੁੱਖ ਮੰਤਰੀ ਆਪਸ ਵਿੱਚ ਬਹਿ ਕੇ ਮਸ਼ਵਰਾ ਕਰ ਲੈਣ, ਸਲਾਹ ਕਰ ਲੈਣ, ਉਸ ਤੋਂ ਬਾਅਦ ਆਪਾਂ ਲਗਾਤਾਰ ਇਹਦੀ ਹਿਸਟਰੀ ਨਾਲ ਦੇ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ, ਦਰਬਾਰਾ ਸਿੰਘ ਤੇ ਇਹਦੇ ਨਾਲ ਸੁਰਜੀਤ ਸਿੰਘ ਬਰਨਾਲਾ ਤੇ ਹੋਰ ਵੀ ਗੁਲਜ਼ਾਰੀ ਲਾਲ ਨੰਦਾ ਤੇ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਬਾਰੇ ਚਰਚਾ ਕਰ ਹੀ ਰਹੇ ਹਾਂ ਲਗਾਤਾਰ। ਪੰਜਾਬੀ ਰੇਡੀਓ USA ਦੇ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਇਹਦੇ ਬਾਰੇ ਤਫਸੀਲਪੂਰਵਕ ਚਰਚਾ ਜਿਹੜੀ ਵੇਖੀ ਹੋਣੀ ਆ। ਪਰ ਜਿਹੜੇ ਅੱਜ ਅਸੀਂ ਸਵਾਲ ਕਰ ਰਹੇ ਹਾਂ, ਇਹ ਸਵਾਲ ਪੰਜਾਬ ਦੀ ਮੁੱਖ ਕੁਰਸੀ, ਮੁੱਖ ਚੇਅਰ, ਮੇਨ ਚੇਅਰ ਜਿਹੜੀ ਹੈ, ਜਿਹੜੇ ਇਸ ਵੇਲੇ ਪੰਜਾਬ ਦੇ ਹੈੱਡ ਨੇ, ਉਹਨਾਂ ਨੂੰ ਕਰ ਰਹੇ ਹਾਂ। ਔਰ ਉਹ ਹੈੱਡ ਨੇ ਭਗਵੰਤ ਮਾਨ। ਉਹਨਾਂ ਨੂੰ ਤਾਂ ਕਰ ਰਹੇ ਹਾਂ ਕਿਉਂਕਿ ਉਹ ਪੰਜਾਬ ਦੇ ਸਰਵਉੱਚ ਅਹੁਦੇ 'ਤੇ ਬੈਠੇ ਨੇ ਤੇ ਇਸ ਅਹੁਦੇ 'ਤੇ ਬੈਠਣ ਦੇ ਨਾਤੇ ਉਹਨਾਂ ਦੇ ਫਰਜ਼ ਨੇ ਤੇ ਆਮ ਤੌਰ 'ਤੇ ਹੀ ਉਹ ਮੁੱਖ ਮੰਤਰੀ ਦੇ ਫਰਜ਼ਾਂ ਬਾਰੇ ਬੜਾ ਖੁੱਲ੍ਹ ਕੇ ਬੋਲਦੇ ਨੇ। ਕੇਜਰੀਵਾਲ ਬਾਰੇ ਵੀ ਗੱਲਬਾਤ ਕਰਾਂਗੇ। ਅਰਵਿੰਦ ਕੇਜਰੀਵਾਲ ਨੇ ਪਿਛਲੇ ਦਿਨੀ ਹਰਿਆਣਾ ਦੇ ਵਿੱਚ ਇੱਕ ਸਪੀਚ ਦਿੱਤੀ ਔਰ ਉਹਦੇ ਵਿੱਚ ਕਿਹਾ ਕਿ ਮੈਨੂੰ ਇਹਦਾ ਮਸਲੇ ਦਾ ਹੱਲ ਮੈਂ ਕਰ ਸਕਦਾ ਵਾਂ ਤੇ ਦੂਜੀ ਗੱਲ ਇਹ ਹੈ ਕਿ ਮੈਨੂੰ ਮੋਦੀ ਸਾਹਿਬ ਚਾਹ ਦੇ ਕੱਪ 'ਤੇ ਸੱਦ ਲੈਣ। ਪਰ ਕੇਜਰੀਵਾਲ ਸਾਹਿਬ, ਤੁਹਾਨੂੰ ਸ਼ਾਇਦ ਪਤਾ ਨਹੀਂ, ਤੁਸੀਂ ਜਿਹੜੀ ਗੱਲ ਨੂੰ ਚਾਹ ਦੇ ਕੱਪ 'ਤੇ ਬਹਿ ਕੇ ਸੋਲਵ ਕਰਨ ਦੀ ਗੱਲ ਕਰਦੇ ਹੋ ਨਾ, ਜਿਹੜਾ ਫਾਰਮੂਲਾ ਤੁਹਾਡੇ ਕੋਲੇ ਹੈ, ਇਹ ਪੰਜਾਬ ਨੇ ਇਸ ਜੇ ਐਡੀ ਛੋਟੀ ਗੱਲ ਹੁੰਦੀ ਇਹ ਤਾਂ 1960 ਦੇ ਦਹਾਕੇ ਤੋਂ ਜਿਹੜਾ ਪੰਜਾਬ ਦੇ ਵਿੱਚ ਪੰਜਾਬੀ ਸੂਬੇ ਦਾ ਮੋਰਚਾ ਲੱਗਿਆ ਤੇ ਉਸ ਤੋਂ ਬਾਅਦ ਗੱਲ ਕਪੂਰੀ ਮੋਰਚਾ ਤੇ ਫਿਰ ਧਰਮ ਯੁੱਧ ਮੋਰਚਾ, ਗੱਲਾਂ ਪੰਜਾਬ ਦੀ ਪੀੜ੍ਹੀਆਂ ਤੱਕ ਜਿਹੜੀਆਂ ਵਾ ਉਹ ਉਸ ਮੋਰਚੇ ਦੇ ਵਿੱਚ ਲੱਗ ਗਈਆਂ ਔਰ ਪੰਜਾਬ ਦੇ ਸ਼ਹਾਦਤਾਂ ਦੀ ਇੱਕ ਬਹੁਤ ਲੰਬੀ ਲਾਈਨ ਆ, ਬਹੁਤ ਲੰਬੀ ਇੱਕ ਲਿਸਟ ਬਣ ਜਾਂਦੀ ਔਰ ਪੰਜਾਬ ਨੇ ਬੜਾ ਕੁਛ ਗਵਾਇਆ, ਪਾਣੀ ਵੀ, ਜਵਾਨੀ ਵੀ, ਤੇ ਹੁਣ ਤੱਕ ਪੰਜਾਬ ਜਿਹੜਾ ਉਹ 2000 ਤੱਕ ਆਉਣ ਤੱਕ ਪੂਰੇ 40 ਸਾਲ ਔਰ 2 ਦਹਾਕੇ ਤਾਂ ਪੰਜਾਬ ਦੇ ਵਿੱਚ ਹਿੰਸਾ ਦੇ ਲਾਂਘੇ ਜਿਹੜੇ ਆ। ਇਸ ਤੋਂ ਇਲਾਵਾ ਅੱਜ ਮਾਨ ਸਾਹਿਬ ਨੂੰ ਜਾਂ ਮਾਨ ਸਾਹਿਬ ਦੀ ਸਰਕਾਰ ਨੂੰ ਇੱਕ ਦੋ ਜਿਹੜੀਆਂ ਉਹ ਥੋੜ੍ਹੀਆਂ ਜਿਹੀਆਂ ਖਿੱਚਾਂ ਪਾਉਣੀਆਂ ਵਾ। ਉਹ ਖਿੱਚਾਂ ਇਹ ਹੈ ਕਿ ਇੱਕ ਤਾਂ ਮੋਦੀ ਸਾਹਿਬ ਦੀ ਸਰਕਾਰ ਇਸ ਮਸਲੇ 'ਤੇ ਇੱਕ ਚਲਾਕੀ ਕਰ ਗਈ ਆ ਅਦਾਲਤ ਦੇ ਵਿੱਚ, ਉਹਦੇ ਬਾਰੇ ਦੱਸਣਾ ਵਾ। ਤੇ ਦੂਜੀ ਗੱਲ, ਜਿਹੜੇ ਕੇਜਰੀਵਾਲ ਸਾਹਿਬ ਮਾਨ ਸਾਹਿਬ ਦੇ ਬਾਰੇ ਚਲਾਕੀ ਕਰ ਰਹੇ ਆ ਮੁੱਖ ਮੰਤਰੀ ਸਾਹਿਬ ਦੇ ਨਾਲ, ਉਹਦੇ ਬਾਰੇ ਦੱਸਣਾ ਵਾ। ਸ਼ੁਰੂਆਤ ਕਰਦੇ ਅਰਵਿੰਦ ਕੇਜਰੀਵਾਲ ਤੋਂ। ਅਰਵਿੰਦ ਕੇਜਰੀਵਾਲ ਦਾ ਭਾਸ਼ਣ ਕੀ ਸੀਗਾ? ਆਪਣੇ ਸਿਆਸੀ ਵਿਰੋਧੀਆਂ ਨੂੰ ਭੰਡਦੇ ਨੇ। ਉਹ ਕਹਿੰਦੇ ਕਿ ਕਾਂਗਰਸੀਆਂ ਨੇ ਆਹ ਕੀਤਾ, ਭਾਜਪਾਈਆਂ ਨੇ ਆਹ ਕੀਤਾ, ਅਕਾਲੀਆਂ ਨੇ ਆਹ ਕੀਤਾ। ਇਹ ਕੰਮ ਉਹ ਰਵਾਇਤੀ ਧਿਰਾਂ ਵਾਂਗ ਹੀ ਕਰਦੇ ਨੇ, ਕੋਈ ਉਹਦੇ ਵਿੱਚ ਨਵੀਂ ਗੱਲ ਨਹੀਂ ਹੈ ਔਰ ਉਹਨਾਂ ਨੇ ਜੋ ਕੀਤਾ ਉਹ ਭੁਗਤ ਰਹੇ ਨੇ। 92-93 ਸੀਟਾਂ ਤੁਹਾਨੂੰ ਪੰਜਾਬੀਆਂ ਨੇ ਦਿੱਤੀਆਂ ਨੇ। ਉਹ ਕਹਿੰਦੇ ਪਰ ਨਾਲ ਡਿਪਲੋਮੈਟਿਕ ਗੱਲ ਸਟੇਟਮੈਂਟ ਦੇਖੋ ਉਹਨਾਂ ਦੀ। ਉਹ ਕਹਿੰਦੇ ਪਾਣੀ ਹਰਿਆਣੇ ਨੂੰ ਵੀ ਚਾਹੀਦਾ ਵਾ ਤੇ ਪਾਣੀ ਪੰਜਾਬ ਨੂੰ ਵੀ ਚਾਹੀਦਾ ਤੇ ਸਾਨੂੰ ਆਪਸ ਵਿੱਚ ਲੜਨਾ ਨਹੀਂ ਚਾਹੀਦਾ। ਤੇ ਜਿਹੜਾ ਭਾਰਤ ਜਿਹੜੀ ਯਾਤਰਾ ਵਾ ਉਹਨਾਂ ਦੀ ਸੀਗੀ ਭਾਰਤ ਨੂੰ ਨੰਬਰ 1 ਬਣਾਉਣਾ, ਤੇ ਉਹ ਕਹਿੰਦੇ ਸਾਨੂੰ ਲੜਨਾ ਨਹੀਂ ਚਾਹੀਦਾ। ਤੇ ਉਹਨਾਂ ਦੀ ਬੈਕ ਸਾਈਡ ਜਿਹੜਾ ਲੱਗਿਆ ਸੀ ਪੋਸਟਰ ਕਿ ਭਾਰਤ ਨੂੰ ਨੰਬਰ 1 ਬਣਾਉਣਾ ਵਾ, ਉਹਦੇ ਬਾਰੇ ਉਹ ਗੱਲਬਾਤ ਕਰਦੇ ਰਹੇ। ਅੱਗੇ ਉਹ ਕਹਿੰਦੇ ਵੀ ਕੇਂਦਰ ਸਰਕਾਰ ਇਸ ਮਸਲੇ ਦਾ ਹੱਲ ਕਰੇ, ਨਹੀਂ ਤਾਂ ਮੇਰੇ ਕੋਲ ਫਾਰਮੂਲਾ ਹੈ ਤੇ ਜੇ ਪ੍ਰਧਾਨ ਮੰਤਰੀ ਸਾਹਿਬ ਮੈਨੂੰ ਚਾਹ 'ਤੇ ਸੱਦਣਗੇ, ਚਾਹ ਦੇ ਕੱਪ 'ਤੇ, ਤੇ ਮੈਂ ਫਾਰਮੂਲਾ ਦੱਸ ਦੂੰਗਾ। ਮਤਲਬ ਪੰਜਾਬੀਆਂ ਨੇ ਤਾਂ ਫਿਰ ਤੁਹਾਡੇ ਹਿਸਾਬ ਨਾਲ, ਤੁਹਾਡੇ ਫਾਰਮੂਲੇ ਦੇ ਹਿਸਾਬ ਨਾਲ ਜੇ ਗੱਲ ਕਰੀਏ, ਜਿਹੜਾ ਸੰਘਰਸ਼ ਕੀਤਾ, ਕੁਰਬਾਨੀਆਂ ਕੀਤੀਆਂ, ਜੋ ਪੰਜਾਬ ਦਾ ਗਿਆ, ਉਹ ਗਵਾਉਣ ਦੀ ਫਿਰ ਜ਼ਰੂਰਤ ਹੀ ਨਹੀਂ ਸੀ ਜੇ ਤੁਹਾਡੇ ਹਿਸਾਬ ਨਾਲ ਗੱਲ ਕਰੀਏ। ਤਾਂ ਇਹ ਮਸਲੇ ਕੋਈ ਚਾਹ ਦੇ ਕੱਪ ਨਾਲ ਹੱਲ ਨਹੀਂ ਹੋਣੇ। ਤੁਸੀਂ ਜਿਹੜੇ ਬੰਦ ਕਮਰੇ 'ਚ ਮੋਦੀ ਸਾਹਿਬ ਨਾਲ ਗੱਲ ਕਰਨੀ ਹੈ, ਉਹੀ ਗੱਲ ਤੁਸੀਂ ਲੋਕਾਂ ਨੂੰ ਦੱਸੋ, ਲੋਕਾਂ ਨੂੰ ਵੀ ਪਤਾ ਲੱਗੇ ਤੁਹਾਡੇ ਫਾਰਮੂਲੇ ਦੇ ਵਿੱਚ ਹੈ ਕੀ, ਲੋਕ ਵੀ ਆਪਣੀ ਰਾਏ ਐਡ ਕਰਨ ਉਹਦੇ ਵਿੱਚ, ਤੇ ਲੋਕਾਂ ਨੂੰ ਤੁਹਾਡੇ ਸਟੈਂਡ ਬਾਰੇ ਵੀ ਪਤਾ ਲੱਗੇ। ਕਿਉਂਕਿ ਪੰਜਾਬੀਆਂ ਨੂੰ ਵੀ ਲੱਗੇ, ਕਿਉਂਕਿ 2016 ਦੇ ਵਿੱਚ ਜਦੋਂ ਅਰਵਿੰਦ ਕੇਜਰੀਵਾਲ ਪੰਜਾਬ ਆਏ ਸਨ ਤਾਂ ਉਹ ਕਹਿੰਦੇ ਕਿ SYL ਨਹੀਂ ਨਿਕਲਣੀ ਚਾਹੀਦੀ। ਜਦੋਂ 2016 ਦੇ ਵਿੱਚ ਉਹਨਾਂ ਨੂੰ ਹਰਿਆਣੇ ਦੇ ਵਿੱਚ ਘੇਰਾ ਪਿਆ, ਉਹ ਕਹਿੰਦੇ ਕਿ ਜੀ ਹਰਿਆਣੇ ਨੂੰ ਹੱਕ ਮਿਲਣਾ ਚਾਹੀਦਾ। ਹੁਣ ਪਤਾ ਨਹੀਂ ਉਹ ਪੰਜਾਬ ਵਾਲੀ ਸਾਈਡ ਸੀਗੇ ਜਾਂ ਫਿਰ ਉਹ ਹਰਿਆਣੇ ਵਾਲੀ ਸਾਈਡ। ਇਹਨਾਂ ਦਾ ਕੰਮ ਕੀ ਅਸਲ ਦੇ ਵਿੱਚ, ਤੁਸੀਂ ਇਹ ਦੱਸੋ ਪੰਜਾਬੀਆਂ ਨੂੰ ਵੀ ਤੁਹਾਡਾ ਸਟੈਂਡ ਕੀ ਹੈ। ਪਹਿਲੀ ਗੱਲ ਤਾਂ। ਦੂਜੀ ਗੱਲ ਇਹ ਹੈ ਕਿ ਸਟੇਜ ਤੋਂ 4 ਗੱਲਾਂ ਅਕਾਲੀਆਂ ਨੂੰ ਕਹਿ ਦਿਓ, 4 ਭਾਜਪਾ ਨੂੰ, 4 ਕਾਂਗਰਸੀਆਂ ਨੂੰ ਕਹਿ ਦਿਓ, ਜਦੋਂ ਜਵਾਬ ਦੇਣ ਦੀ ਵਾਰੀ ਆਵੇ ਉਦੋਂ ਪੈਂਤੜਾ ਬਦਲ ਲਓ। ਇਹ ਇਹਨਾਂ ਦੇ ਸਿਆਸਤ ਕਰਨ ਦਾ ਢੰਗ ਆ। ਦੂਜੀ ਗੱਲ ਇਹ ਹੈ ਕਿ ਸੁਪਰੀਮ ਕੋਰਟ ਨੇ ਕਿਹਾ ਹੋਇਆ ਵੀ ਪਾਣੀਆਂ ਦਾ ਮਸਲਾ ਤੁਸੀਂ ਆਪਸਦਾਰੀ ਨਾਲ ਸੁਲਝਾ ਲਓ। ਇਹ ਗੱਲ ਸੁਪਰੀਮ ਕੋਰਟ ਨੇ ਤਾਂ 2017 ਦੇ ਵਿੱਚ ਵੀ ਕਹੀ ਸੀ, 2020 ਦੇ ਵਿੱਚ ਵੀ ਕਹੀ ਤੇ ਹੁਣ 22 ਦੇ ਵਿੱਚ ਫੇਰ ਕਹਿਤੀ ਹੈ। ਹੁਣ ਆਈਏ ਆਪਾਂ ਮਾਨ ਸਾਹਿਬ ਦੀ ਸਰਕਾਰ ਬਾਰੇ। ਦੇਖੋ, ਮਾਨ ਸਾਹਿਬ ਜਿਹੜੇ ਨੇ ਉਹ ਹਮੇਸ਼ਾ ਕਹਿੰਦੇ ਰਹਿੰਦੇ ਸੀਗੇ ਕਿ ਮੈਨੂੰ ਹਰਾ ਪੈਨ ਮਿਲੇ, ਮੈਂ ਪੰਜਾਬ ਦੇ ਲੇਖ ਐਂ ਲਿਖਾਂ, ਪੰਜਾਬ ਦੇ ਲੋਕਾਂ ਦੇ ਐਂ ਲਿਖਾਂ। ਹੁਣ ਹਰਾ ਪੈਨ ਹੈਗਾ, ਹੁਣ ਮੌਕਾ ਹੈਗਾ। ਪਹਿਲੀ ਗੱਲ ਤਾਂ ਇਹ ਹੈ ਕਿ ਆਪਸ ਵਿੱਚ ਦੀ ਰਾਏ ਕਰ ਲੈਣ ਕਿ ਬੋਲਣਾ ਕੀ ਹੈ। ਇੱਕ ਪਾਸੇ ਇਹਨਾਂ ਦੇ ਸਪੋਕਸਪਰਸਨ TV ਉੱਤੇ ਕਹਿ ਰਹੇ ਨੇ, ਸੋਸ਼ਲ ਮੀਡੀਆ 'ਤੇ ਕਹਿ ਰਹੇ ਨੇ ਕਿ ਪੰਜਾਬ ਕੋਲੇ ਪਾਣੀ ਦੇਣ ਨੂੰ ਹੈ ਨਹੀਂ। ਦੂਜੇ ਪਾਸੇ ਮਾਨ ਸਾਹਿਬ ਖੁਦ ਸਟੇਜ ਤੋਂ ਕਹਿ ਰਹੇ ਨੇ ਕਿ ਅਸੀਂ ਇਸ ਮਸਲੇ 'ਤੇ
ਹਰਿਆਣੇ ਨਾਲ ਵੀ ਗੱਲਬਾਤ ਕਰਾਂਗੇ। ਅਸੀਂ ਇਸ ਮਸਲੇ ਤੇ ਪ੍ਰਧਾਨ ਮੰਤਰੀ ਸਾਹਿਬ ਵਿੱਚ ਪੈ ਕੇ ਗੱਲਬਾਤ ਕਰਨ। ਮਾਨ ਸਾਹਿਬ ਸ਼ਾਇਦ ਇਤਿਹਾਸ ਤੋਂ ਤੇ ਸੰਵਿਧਾਨ ਤੋਂ ਕੋਰੇ ਨੇ। ਮਾਨ ਸਾਹਿਬ ਸ਼ਾਇਦ ਤੁਸੀਂ ਪਾਣੀਆਂ ਦਾ ਇਤਿਹਾਸ ਪੜ੍ਹਨ ਤੋਂ ਜਾਂ ਤਾਂ ਇੱਕ ਅੱਧੀ ਕੜੀ ਭੁੱਲ ਗਏ ਹੋ, ਜਾਂ ਫਿਰ ਤੁਸੀਂ ਸੰਵਿਧਾਨ ਜਿਹੜਾ ਪਾਣੀਆਂ ਦੀ ਬਾਬਤ ਉਹ ਤੁਹਾਡਾ ਕਿਸੇ ਨੇ ਕੰਨੀ ਨਹੀਂ ਪਾਇਆ। ਉਹ ਕਿਵੇਂ, ਮੈਂ ਦੱਸਦਾ। ਵਿਦਵਾਨਾਂ ਦੀ ਇੱਕ ਧਿਰ ਆ ਜਿਹੜੀ ਕਹਿੰਦੀ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਕਿਉਂ ਦਖਲ ਦੇਣ ਮਾਨ ਸਾਹਿਬ, ਇਹ ਸੂਬੇ ਦਾ ਮਸਲਾ ਹੈ। ਪਹਿਲੀ ਗੱਲ ਤਾਂ ਪੰਜਾਬ ਦੀ ਲੜਾਈ ਹੁਣ ਤੱਕ, ਜੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰੀਏ ਜਾਂ ਹੁਣ ਖੇਤੀ ਅੰਦੋਲਨ ਦੀ ਗੱਲ ਕਰੀਏ, ਤਾਂ ਇਹ ਸਾਡੀ ਲੜਾਈ ਪੰਜਾਬੀਆਂ ਦੀ ਰਹੀ ਹੈ ਕੇਂਦਰ ਦੇ ਕੇਂਦਰੀ ਸ਼ਕਤੀਆਂ ਦੇ ਕੇਂਦਰੀਕਰਨ ਦੇ ਖਿਲਾਫ, ਮਤਲਬ GST ਦੇ ਖਿਲਾਫ ਜਾਂ ਹੋਰ ਜਿੰਨੇ ਵੀ ਇਹਨਾਂ ਨੇ ਕੇਂਦਰੀਕਰਨ ਵਾਲੇ ਬਿੱਲ ਲਿਆਂਦੇ। ਮਸਲਨ ਅਸੀਂ ਜਿਹੜੀ BSF ਆ ਉਹਨੂੰ ਪੰਜਾਬ ਦੇ ਇੱਧਰ ਅੰਦਰ ਤੱਕ ਆਉਣ ਦੀ ਇਜਾਜ਼ਤ ਨਹੀਂ ਦੇ ਸਕਦੇ। ਹੋਰ ਬੜੇ ਮਸਲੇ ਨੇ, ਡੈਮ ਸੇਫਟੀ ਬਿੱਲ। ਖੈਰ ਤੁਸੀਂ ਤਾਂ ਉਸ ਮਸਲੇ 'ਤੇ ਕਿਸੇ ਪਾਰਟੀ ਨੇ ਕੁਛ ਕੀਤਾ ਹੀ ਨਹੀਂ ਹੈ, ਪਰ ਉਹ ਮਸਲੇ ਨੇ ਕਿ ਜਿੱਥੇ ਸ਼ਕਤੀਆਂ ਦਾ ਕੇਂਦਰੀਕਰਨ ਹੁੰਦਾ ਵਾ, ਅਤੇ ਉਹਨਾਂ ਮਸਲਿਆਂ 'ਤੇ ਪੰਜਾਬ ਹਮੇਸ਼ਾ ਸਟੈਂਡ ਲੈਂਦਾ ਰਿਹਾ ਵਾ। ਦੂਜੀ ਗੱਲ ਇਹ ਹੈ ਕਿ ਪੰਜਾਬ ਦਾ ਸ਼ੁਰੂ ਤੋਂ ਦਖਲ ਰਿਹਾ। ਪੰਜਾਬ ਦੇ ਜਿਹੜੇ ਨੁਕਸਾਨ ਹੋਏ ਨੇ ਉਹ ਕੇਂਦਰ ਦੇ ਦਖਲ ਕਰਕੇ ਹੀ ਹੋਏ ਨੇ। ਤੁਹਾਨੂੰ ਯਾਦ ਹੋਣਾ ਕੇਂਦਰ ਦਾ ਰੋਲ ਪਹਿਲਾਂ ਅਸੀਂ 1955 ਦੇ ਵਿੱਚ ਵੇਖਿਆ ਵਾ ਪਾਣੀਆਂ ਦੇ ਮਸਲੇ 'ਤੇ, ਫਿਰ 1976 ਦੇ ਵਿੱਚ ਦੇਖਿਆ, ਫਿਰ 1981 ਦੇ ਵਿੱਚ ਜਦੋਂ ਇੰਦਰਾ ਗਾਂਧੀ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਪੰਜਾਬ ਦੇ ਨਾਲ ਧਰੋਹ ਕਮਾਇਆ ਵਾ। ਇੰਦਰਾ ਗਾਂਧੀ ਨੇ ਇੱਥੋਂ ਤੱਕ ਕਿਹਾ ਕਿ ਇੱਧਰ ਸਾਈਨ ਔਰ ਸਾਈਨ ਦਰਬਾਰਾ ਸਿੰਘ ਨੂੰ। ਸੋ ਉਹ ਅਸੀਂ ਦੇਖਿਆ। ਅੱਗੇ ਤੁਸੀਂ ਕਹਿੰਦੇ ਹੋ ਕਿ ਜੇ ਤੁਸੀਂ ਮੰਨਦੇ ਹੋ ਕਿ ਕੇਂਦਰ ਨੇ ਦਖਲ ਦੇਣਾ, ਅਤੇ ਫਿਰ ਕੇਂਦਰ ਦੇ ਦਖਲ ਨਹੀਂ ਪੰਜਾਬ ਦਾ ਭੱਠਾ ਬਿਠਾਇਆ। ਕੇਂਦਰ ਕਿਸ ਮੁਤਾਬਕ ਚੱਲੂਗਾ? ਕਿ ਕੇਂਦਰ ਸੰਵਿਧਾਨ ਦੇ ਮੁਤਾਬਕ ਚੱਲੂਗਾ? ਸੰਵਿਧਾਨ ਤਾਂ ਪਾਣੀਆਂ ਦੇ ਮਸਲੇ ਦੇ ਵਿੱਚ ਕਿਸੇ ਤਰ੍ਹਾਂ ਦੇ ਕੇਂਦਰ ਦੇ ਦਖਲ ਨੂੰ ਜਾਂ ਕੋਰਟ ਦੇ ਦਖਲ ਨੂੰ ਮੰਨਦਾ ਹੀ ਨਹੀਂ ਹੈ। ਰਿਪੇਰੀਅਨ ਸਿਧਾਂਤ ਕੀ ਕਹਿੰਦਾ, ਇਹਨਾਂ ਗੱਲਾਂ ਨੂੰ ਸਮਝੋ। ਅੱਜ ਜੇ ਲੋਕਾਂ ਨੇ ਅਕਾਲੀਆਂ ਕਾਂਗਰਸੀਆਂ ਨੂੰ ਤਿਆਗਿਆ ਅਤੇ ਤੁਹਾਨੂੰ ਵੱਡਾ ਮੌਕਾ ਦਿੱਤਾ, ਅਤੇ ਇਹਦਾ ਬਹੁਤ ਵੱਡਾ ਕਾਰਨ ਹੈ। ਤੁਸੀਂ ਕਿਉਂ ਨਹੀਂ ਗੱਲ ਕਰਦੇ ਧਾਰਾ 78, 79, 80 ਦਾ ਜ਼ਿਕਰ ਕਰੋ, ਧਾਰਾ 5 ਦਾ ਜ਼ਿਕਰ ਕਰੋ। ਤੁਸੀਂ ਇਹ ਕਹੋ ਕਿ ਜਿਹੜਾ ਇਰਾਦੀ ਟ੍ਰਿਬਿਊਨਲ ਬਣਿਆ ਵਾ ਉਹ ਗਲਤ ਆ। ਔਰ ਦੂਜੀ ਗੱਲ ਇਹ ਹੈ ਕਿ ਜਿਹੜੀ ਸੰਵਿਧਾਨ ਦੀ ਧਾਰਾ 14 ਅਤੇ ਜਿਹੜਾ 262 ਹੈ ਧਾਰਾ, ਇਹ ਕਹਿੰਦੀ ਹੈ ਜਿਹੜੇ ਰਾਜਾਂ ਦੇ ਮਸਲੇ ਨੇ ਪਾਣੀਆਂ ਦੇ ਰਿਪੇਰੀਅਨ ਲਾਅ ਮੁਤਾਬਕ ਹੋਣੇ ਚਾਹੀਦੇ ਨੇ, ਅਤੇ ਰਿਪੇਰੀਅਨ ਲਾਅ ਮੁਤਾਬਕ ਉਹ ਰਾਜ ਕੋਲ ਹੀ ਉਹਦੀ ਜਿਹੜੀ ਪਾਵਰ ਆ ਪਾਣੀ ਦੀ ਵੰਡ ਦੀ, ਅਤੇ ਉਹ ਹੋਊਗੀ। ਹੁਣ ਆ ਜਾਓ ਆਮ ਆਦਮੀ ਪਾਰਟੀ ਦੇ ਸਟੈਂਡ 'ਤੇ। ਇਹ ਤਾਂ ਗੱਲ ਰਹੀ ਕਿ ਉਹਨਾਂ ਦੀ ਪਾਰਟੀ ਦਾ ਕਨਵੀਨਰ ਸਟੇਜ ਤੋਂ ਕੀ ਕਹਿੰਦਾ ਵਾ, ਅਤੇ ਮਾਨ ਸਾਹਿਬ ਦੀ ਸਟੇਟਮੈਂਟ ਦਾ ਕੀ ਭਾਵ ਅਰਥ ਨਿਕਲਦਾ। ਹੁਣ ਆ ਜਾਓ, ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਦਿੱਤੀਆਂ ਵਾ, ਅਤੇ 92 ਸੀਟਾਂ ਦੇ ਕਰਕੇ ਜਿਹੜੀ ਆ ਆਮ ਆਦਮੀ ਪਾਰਟੀ ਅੱਜ ਪੰਜਾਬ ਦੀ ਸੱਤਾ ਦੇ ਵਿੱਚ ਹੈ, ਅਤੇ ਤਿੰਨਾਂ ਰਾਜਾਂ ਦੇ ਵਿੱਚ ਉਹਨਾਂ ਦੀ ਮੁੱਖ ਦਾਅਵੇਦਾਰੀ ਹੈ ਪੰਜਾਬ ਦੇ ਸਿਰ 'ਤੇ, ਹਰਿਆਣਾ, ਹਿਮਾਚਲ ਅਤੇ ਗੁਜਰਾਤ। ਹੁਣ ਆਮ ਆਦਮੀ ਪਾਰਟੀ ਆਪਣਾ ਸਟੈਂਡ ਸਪਸ਼ਟ ਕਰੇ ਕਿ ਪਾਣੀਆਂ ਦੇ ਮਸਲੇ 'ਤੇ ਸਟੈਂਡ ਕੀ ਹੈ। ਦੂਜੀ ਗੱਲ ਇਹ ਹੈ ਕਿ ਜਿਹੜਾ ਪਾਣੀਆਂ ਦਾ ਮਸਲਾ ਵਾ ਇਹਨੂੰ ਦੋ ਤਰੀਕਿਆਂ ਨਾਲ ਪੰਜਾਬ ਦੇ ਪੱਖ ਤੋਂ ਸਮਝਿਆ ਜਾ ਸਕਦਾ। ਪਹਿਲਾ ਤਾਂ ਦਰਿਆਈ ਪਾਣੀਆਂ ਦੀ ਵੰਡ ਦਾ ਮਸਲਾ, ਅਤੇ ਦੂਜਾ ਇਹ ਪਤਾ ਲੱਗੇ ਕਿ ਪਾਣੀਆਂ ਦਾ ਮਾਲਕ ਕੌਣ ਆ, ਮਾਲਕੀ ਦਾ ਫੈਸਲਾ ਕੌਣ ਕਰੇ। ਦੂਜਾ ਕਿ ਪਾਣੀਆਂ ਦੀ ਪਮਾਇਸ਼ ਘੱਟ ਹੈ ਜਾਂ ਵੱਧ ਹੈ। ਅਸਲ ਗੱਲ ਇਹ ਹੈ ਕਾਨੂੰਨੀ ਤੌਰ 'ਤੇ ਕਿ ਪੰਜਾਬ ਦੇ ਪਾਣੀਆਂ ਦੀ ਮਲਕੀਅਤ ਕਿਹਦੀ ਹੈ, ਮਾਲਕ ਕੌਣ ਹੈ, ਅਤੇ ਇਹਦੇ 'ਤੇ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਪਹੁੰਚ ਕੀ ਹੈ। ਇਹਦੇ ਬਾਰੇ ਉਹਨਾਂ ਨੂੰ ਸਟੈਂਡ ਜਿਹੜਾ ਵਾ ਆਪਣਾ ਸਪਸ਼ਟ ਕਰਨਾ ਚਾਹੀਦਾ, ਅਤੇ ਜੇਕਰ ਉਹ ਇੱਥੇ ਲਾਪਰਵਾਹੀ ਕਰਦੇ ਨੇ ਤਾਂ ਇਹਨਾਂ ਸਵਾਲਾਂ ਤੋਂ ਭੱਜਣਾ ਔਖਾ ਹੋ ਜੂ। ਪਾਰਟੀ ਦਾ ਸਟੈਂਡ ਅਤੇ ਪਾਰਟੀ ਇਸ ਮਸਲੇ 'ਤੇ ਸੋਚਦੀ ਕੀ ਹੈ ਇਹ ਜ਼ਰੂਰ ਦੱਸਣਾ ਚਾਹੀਦਾ ਪਾਰਟੀ ਨੂੰ। ਸੋ ਮਾਨ ਸਾਹਿਬ, ਤੁਹਾਡੇ ਕੋਲੇ ਪੰਜਾਬ ਦੇ ਹੱਕ ਹਕੂਕ ਦੀ ਗੱਲ ਕਰਨ ਦਾ ਬੜਾ ਸੁਨਹਿਰੀ ਮੌਕਾ ਹੈ, ਅਤੇ ਇਸ ਮੌਕੇ ਧੜੱਲੇ ਦੇ ਨਾਲ ਫੈਸਲੇ ਲੈਣ ਦੇ ਲਈ ਪੰਜਾਬੀਆਂ ਨੇ ਤੁਹਾਨੂੰ ਚੁਣਿਆ, ਅਤੇ ਬਹੁਤ ਵੱਡਾ ਫਤਵਾ ਜਿਹੜਾ ਉਹ ਤੁਹਾਨੂੰ ਦਿੱਤਾ ਹੈ। ਹੁਣ ਰਹੀ ਗੱਲ ਮੋਦੀ ਸਰਕਾਰ ਦੀ। ਮੋਦੀ ਸਰਕਾਰ ਦੀ ਇੱਕ ਚਲਾਕੀ ਆ। ਮੋਦੀ ਸਰਕਾਰ ਕਹਿ ਰਹੀ ਹੈ ਕੋਰਟ ਦੇ ਵਿੱਚ ਕਿ ਜੀ ਪੰਜਾਬ ਤਾਂ ਇਸ ਮਸਲੇ ਨੂੰ ਸੁਲਝਾਉਣ ਦੇ ਲਈ ਗੰਭੀਰ ਨਹੀਂ ਹੈ। ਹੁਣ ਹਰਿਆਣਾ ਇਹ ਗੱਲ ਆਖੇ ਤਾਂ ਜੱਚਦੀ ਹੈ, ਪਰ ਕੇਂਦਰ ਸਰਕਾਰ ਕਹਿ ਰਹੀ ਹੈ। ਹੁਣ ਜੇ ਕੇਂਦਰ ਕਹਿ ਰਹੀ ਹੈ ਅਤੇ ਪੰਜਾਬ ਨੂੰ ਗੈਰ ਗੰਭੀਰ ਦੱਸ ਰਹੀ ਹੈ, ਅਤੇ ਫਿਰ ਇਹ ਸਮਝਣਾ ਕਿ ਔਖਾ ਨਹੀਂ ਹੈ ਕਿ ਕੇਂਦਰ ਦੀਆਂ ਗੁੱਝੀਆਂ ਰਮਜਾਂ ਕਿਹੜੇ ਪਾਸੇ ਨੇ। ਸੋ ਇੱਥੋਂ ਤੱਕ ਹੀ ਹੈ। ਇਹਨਾਂ ਨੂੰ ਸਾਰਿਆਂ ਨੂੰ, ਜਿਹੜੇ ਵੀ ਅਰਵਿੰਦ ਕੇਜਰੀਵਾਲ ਨੇ, ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਨੇ, ਜਿੰਨੇ ਵੀ ਸਪੋਕਸਮੈਨ ਨੇ ਜਾਂ ਮਾਨ ਸਾਹਿਬ ਨੇ, ਉਹਨਾਂ ਨੂੰ ਇੱਕ ਗੁਜ਼ਾਰਿਸ਼ ਇਹ ਹੈ ਕਿ ਜਿਹੜਾ ਪਾਣੀਆਂ ਦਾ ਮਸਲਾ ਇਹ ਸਾਡਾ ਸੰਵਿਧਾਨਕ ਮਸਲਾ ਹੀ ਨਹੀਂ ਹੈ, ਇਹ ਸਾਡੀਆਂ ਨਸਲਾਂ ਦਾ ਮਸਲਾ, ਸਾਡੀ ਹੋਂਦ ਦਾ ਮਸਲਾ ਹੈ, ਸਾਡੇ ਜਜ਼ਬਾਤੀ ਅਤੇ ਸੰਵੇਦਨਸ਼ੀਲ ਮਸਲਾ ਹੈ। ਪੰਜਾਬ ਨੇ ਪੰਜਾਬੀ ਸੂਬੇ ਤੋਂ ਲੈ ਕੇ ਕਪੂਰੀ ਮੋਰਚੇ ਤੱਕ, ਫਿਰ ਧਰਮ ਯੁੱਧ ਮੋਰਚੇ ਤੱਕ ਆਉਂਦਿਆਂ ਬੜੀਆਂ ਕੁਰਬਾਨੀਆਂ ਕੀਤੀਆਂ। ਉਸ ਤੋਂ ਬਾਅਦ ਵੀ ਪੰਜਾਬ ਦੀ ਜਵਾਨੀ ਨੂੰ ਬਹੁਤ ਕੁਝ ਝੱਲਣਾ ਪਿਆ। ਸੋ ਇਸ ਕਰਕੇ ਇੰਦਰਾ ਨੇ ਜਾਂ ਕੇਂਦਰ ਨੇ ਪੰਜਾਬ ਦੀ ਜਵਾਨੀ ਅਤੇ ਪੰਜਾਬ ਦਾ ਨੁਕਸਾਨ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ।
ਤੁਸੀਂ ਪਹਿਲੀ ਗੱਲ ਤਾਂ ਹੈ ਕਿ ਆਪਣੀ ਪਾਰਟੀ ਦਾ ਸਟੈਂਡ ਸਪਸ਼ਟ ਕਰੋ ਕਿ ਤੁਹਾਡਾ ਪਾਣੀਆਂ ਦੇ ਮਸਲੇ ਤੇ ਰੁਖ ਕੀ ਹੈ। ਦੂਜਾ ਮਾਨ ਸਾਹਿਬ ਇਹ ਹੈ ਕਿ ਤੁਹਾਡੇ ਕੋਲੇ ਬਹੁਤ ਵੱਡਾ ਮੌਕਾ, ਜਿਵੇਂ ਮੈਂ ਕਹਿ ਹੀ ਚੁੱਕਿਆ ਵਾਂ, ਸੰਵਿਧਾਨ ਦੇ ਮੁਤਾਬਕ ਜੋ ਸੰਵਿਧਾਨ ਨੇ ਰਾਜ ਨੂੰ ਸ਼ਕਤੀਆਂ ਦਿੱਤੀਆਂ ਨੇ ਪਾਣੀਆਂ ਦੇ ਮਸਲੇ ਤੇ, ਉਹਨਾਂ ਸ਼ਕਤੀਆਂ ਦੀ ਵਰਤੋਂ ਕਰਕੇ, ਉਹਨਾਂ ਪਾਵਰਸ ਦੀ ਵਰਤੋਂ ਕਰਕੇ ਫਿਰ ਤੁਸੀਂ ਪੰਜਾਬ ਦਾ ਪੱਖ ਜਿਹੜਾ ਰੱਖੋ। ਕੇਂਦਰ ਨੇ ਪੰਜਾਬ ਨਾਲ ਕਿਵੇਂ ਕੀ ਕੀਤਾ ਇਹ ਸਾਨੂੰ ਦੱਸਣ ਦੀ ਲੋੜ ਨਹੀਂ, ਸ਼ਾਇਦ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਵੱਧ ਪਤਾ ਹੋਵੇ, ਕੇਂਦਰ ਦੇ ਧੱਕਿਆਂ ਬਾਰੇ। ਸੋ ਇਹੀ ਹੈ, ਪੰਜਾਬ ਦੇ ਪਾਣੀ ਪੰਜਾਬ ਦੇ ਨੇ। ਸਭ ਤੋਂ ਵੱਡੀ ਗੱਲ ਕਿ ਗੁਲਜ਼ਾਰੀ ਲਾਲ ਨੰਦਾ ਤੋਂ ਲੈ ਕੇ ਇੰਦਰਾ ਗਾਂਧੀ ਤੱਕ ਆਉਂਦਿਆਂ ਕਾਂਗਰਸ ਨੇ ਬਾਂਹ ਮਰੋੜਨ ਦੀ ਕੋਈ ਕਸਰ ਨਹੀਂ ਛੱਡੀ। ਰਹਿੰਦਾ ਖੂੰਹਦਾ ਯੋਗਦਾਨ ਅਕਾਲੀ ਦਲ ਦਾ ਵੀ ਪੈਂਦਾ ਰਿਹਾ ਟਾਈਮ ਟੂ ਟਾਈਮ, ਅਤੇ ਇੱਥੋਂ ਦੇ ਜਿਹੜੇ ਪੰਜਾਬ ਕਾਂਗਰਸ ਦੇ ਸੀਗੇ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦਾ ਵੀ ਪੈਂਦਾ ਰਿਹਾ। ਸਾਰਾ ਵਿੱਚ ਯੋਗਦਾਨ ਜਿਹੜਾ ਵਾ ਪੈਂਦਾ ਰਿਹਾ। ਇਸੇ ਕਰਕੇ ਮਸਲਾ ਜਿਹੜਾ ਵਾ 2022 ਤੱਕ ਆ ਚੁੱਕਿਆ ਵਾ। ਇਹ ਜਿਹੜਾ ਮਸਲਾ ਇਹ ਰਾਜ ਦਾ ਘੱਟ ਹੋ ਕੇ ਸਿਆਸੀ ਜ਼ਿਆਦਾ, ਅਤੇ ਪੰਜਾਬ ਭਾਜਪਾ ਨੂੰ ਵੀ ਚਾਹੀਦਾ ਲੱਗਦੇ ਹੱਥ ਕਿ ਉਹ ਵੀ ਆਪਣਾ ਸਟੈਂਡ ਜਿਹੜਾ ਵਾ ਪੰਜਾਬ ਦੇ ਪਾਣੀਆਂ 'ਤੇ ਸਪਸ਼ਟ ਕਰੇ। ਸੋ ਮਾਨ ਸਾਹਿਬ, ਅਦਾਲਤ ਦੇ ਵਿੱਚ ਤੁਹਾਡੇ ਨਾਲ ਮੋਦੀ ਸਰਕਾਰ ਚਲਾਕੀ ਕਰ ਰਹੀ ਹੈ, ਤੁਹਾਨੂੰ ਗੈਰ ਗੰਭੀਰ ਦੱਸ ਕੇ। ਸਟੇਜ 'ਤੇ ਤੁਹਾਡੇ ਨਾਲ ਕੇਜਰੀਵਾਲ ਚਲਾਕੀ ਕਰ ਰਿਹਾ, ਤੁਹਾਡੀ ਪਾਰਟੀ ਦਾ ਸੁਪਰੀਮੋ। ਹੱਕ ਦੇ ਵਿੱਚ, ਪੰਜਾਬ ਦੇ ਹੱਕ ਦੇ ਵਿੱਚ ਸਟੈਂਡ ਲੈ ਲਓ, ਨਹੀਂ ਤਾਂ ਜਿਸ ਤਰੀਕੇ ਨਾਲ ਸੁਪਰੀਮੋ ਦੀਆਂ ਬਾਈਟਸ ਨੇ ਅਤੇ ਜਿਸ ਤਰੀਕੇ ਨਾਲ ਉਹਦੀਆਂ ਸਪੀਚਾਂ ਵਾ, ਜਿਸ ਤਰੀਕੇ ਨਾਲ ਉਹਦੀ ਡਿਪਲੋਮੈਟਿਕ ਅਪਰੋਚ ਹੈ, ਸਾਨੂੰ ਇਹ ਡਰ ਹੈ ਕਿ ਕਿਤੇ ਤੁਹਾਨੂੰ ਲੋਕ ਪੰਜਾਬ ਦਾ ਇੱਕ ਹੋਰ ਦਰਬਾਰਾ ਸਿੰਘ ਨਾ ਕਹਿਣ ਲੱਗ ਪੈਣ। ਬਹੁਤ ਬਹੁਤ ਧੰਨਵਾਦ।